Hello students, I am your teacher Dr. Satwinder Kaur. In today's lecture, I will teach you about Rostov theory of economic growth. This is also known as Rostov's theory of stages of growth. So, as you all know that there are different theories which explain the various kinds of stages of growth, like Frederick List has explained the three stages of growth. The first one is primary, second is secondary, and third is tertiary. ਤੇ ਦੈਨ ਕਾਰਲ ਮਾਰਕਸ ਨੇ ਐਕਸਪਲੇਨ ਕੀਤੀਆਂ ਨੇ ਫਿਊਡਲਿਜ਼ਮ, ਕੈਪੀਟਲਿਜ਼ਮ ਐਂਡ ਸੋਸ਼ਲਿਜ਼ਮ। ਸੋ ਇਸੇ ਤਰੀਕੇ ਦੇ ਨਾਲ ਰੋਸਟਵ ਨੇ ਆਪਣੀ ਬੁੱਕ ਦ ਸਟੇਜਸ ਆਫ ਇਕਨੋਮਿਕ ਗਰੋਥ ਜੋ ਉਹਨਾਂ ਨੇ 1952 ਦੇ ਵਿੱਚ ਲਿਖੀ ਸੀ, ਉਹਦੇ ਵਿੱਚ ਹਿਜ਼ ਨੇਮ ਇਜ਼ W ਰੋਸਟੋਵ। ਸੋ ਉਹਨਾਂ ਨੇ ਇਹ ਥਿਊਰੀ ਜਿਹੜੀ ਹੈ ਐਕਸਪਲੇਨ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਦ ਪ੍ਰੋਸੈਸ ਆਫ ਇਕਨੋਮਿਕ ਗਰੋਥ ਐਕਸਪਲੇਨ in terms of 5 stages. So 5 stages ਦੇ ਵਿੱਚੋਂ ਪਹਿਲੀ stage ਹੈ traditional stage, second is pre-conditions of take off, third is take off stage, fourth is drive to maturity, and last final is the stage of high mass consumption. So ਆਪਾਂ one by one ਜਿਹੜਾ ਹੈ ਇਸ ਨੂੰ ਕਰਾਂਗੇ। ਸਭ ਤੋਂ ਪਹਿਲੀ stage ਹੈ the traditional society. Traditional society ਰੋਸਟੋਵ ਦੇ words ਦੇ ਵਿੱਚ ਇੱਕ ਇਹੋ ਜਿਹੀ society ਹੈ ਜਿਹੜੀ ਕਿ limited production functions ਦੇ ਨਾਲ ਚੱਲਦੀ ਹੈ, that is ਕਿ ਜਿੱਥੇ science ਦੀ technology ਦੀ existence ਨਹੀਂ ਹੋਈ। ਬੇਸਿਕਲੀ ਐਗਰੀਕਲਚਰ ਸੈਕਟਰ ਦੀ ਸੁਸਾਇਟੀ ਦੇ ਵਿੱਚ ਡੋਮੀਨੈਂਸ ਹੈ, ਬਟ ਜਿਹੜੀ ਫਿਰ ਵੀ ਜਿਹੜੀ ਫਾਰਮਿੰਗ ਹੈ ਉਹ ਕਮਰਸ਼ੀਅਲ ਫਾਰਮਿੰਗ ਨਹੀਂ ਹੋ ਰਹੀ। ਜੋ ਸੁਸਾਇਟੀ ਦਾ ਸੈਟਅਪ ਹੈ ਉਹ ਫੈਮਿਲੀ ਸਿਸਟਮ ਤੇ ਕਾਸਟ ਸਿਸਟਮ ਦੇ ਉੱਤੇ ਬੇਸਡ ਹੈ, ਤੇ ਜਿਹੜਾ ਹੈ ਪੋਲੀਟੀਕਲ ਸਿਸਟਮ ਹੈ ਦੇਸ਼ ਦਾ ਉਹ ਸੋਸ਼ਲ ਗਰੁੱਪਸ ਦੇ ਵਿੱਚ ਡਿਵਾਈਡ ਹੋਇਆ ਪਿਆ। ਇਹ ਸੋਸ਼ਲ ਗਰੁੱਪਸ ਜਿਹੜੇ ਨੇ ਉਹ ਟ੍ਰੈਡੀਸ਼ਨਲ ਕਰੈਕਟਰ ਦੇ ਨੇ, ਜਿਵੇਂ ਜਗੀਰਦਾਰ ਹੁੰਦੇ ਨੇ, ਤੇ ਇਹ ਜਿਹੜੇ ਨੇ ਆਪਣੇ ਸੈਲਫਿਸ਼ ਮੋਟਿਵਸ ਦੇ ਲਈ, ਸੈਲਫ ਇੰਟਰਸਟ ਦੇ ਲਈ ਜਿਹੜੇ ਨੇ ਕੰਟਰੀ ਦੇ ਰਿਸੋਰਸਿਸ ਨੂੰ ਐਕਸਪਲੋਇਟ ਕਰਦੇ ਨੇ। ਟੈਕਨੋਲੋਜੀ ਇਸ ਸਟੇਜ ਦੇ ਵਿੱਚ ਆਲਮੋਸਟ ਸਾਇੰਸ ਤੇ ਟੈਕਨੋਲੋਜੀ ਦੀ ਕੋਈ ਗੱਲ ਨਹੀਂ ਹੈ। ਇਹ ਪ੍ਰੀ ਨਿਊਟਨ ਸਟੇਜ ਇਨ ਟਰਮਸ ਆਫ ਰੋਸਟੋਵ ਨੇ ਉਸਨੂੰ ਐਕਸਪਲੇਨ ਕੀਤਾ ਕਿ ਇਸ ਸਟੇਜ ਦੇ ਵਿੱਚ ਨਾ ਸਾਇੰਸ ਦੀ ਐਗਜ਼ਿਸਟੈਂਸ ਹੈ, people are unaware or unknown to the science and technology. ਐਗਰੀਕਲਚਰ ਸੈਕਟਰ ਦੇ ਵਿੱਚ ਲਾ ਆਫ ਡਿਮਿਨਿਸ਼ਿੰਗ ਰਿਟਰਨਸ ਆਪਰੇਟ ਕਰਦੇ ਨੇ, ਤੇ ਜ਼ਿਆਦਾਤਰ ਜਿਹੜੀ ਅਨਪ੍ਰੋਡਕਟਿਵ ਐਕਸਪੈਂਡੀਚਰ ਕੀਤਾ ਜਾਂਦਾ, ਦੈਟ ਇਜ਼ ਦਾ ਮੋਸਟ ਆਫ ਦਾ ਇਨਕਮ ਆਫ ਦ ਸਟੇਟ ਇਜ਼ ਯੂਜ਼ਡ ਫੋਰ ਦਾ ਅਨਪ੍ਰੋਡਕਟਿਵ ਐਕਸਪੈਂਡੀਚਰ, ਜਿਵੇਂ ਟੈਂਪਲਸ ਬਣਾ ਦਿੱਤੇ, ਮੋਨੂਮੈਂਟਸ ਬਣਾ ਦਿੱਤੇ, ਤੇ ਵਾਰ ਦੇ ਉੱਤੇ ਐਕਸਪੈਂਡੀਚਰ ਜਾਂ ਕੋਈ ਵੀ ਇਹੋ ਜਿਹੇ ਅਨਪ੍ਰੋਡਕਟਿਵ ਐਕਸਪੈਂਡੀਚਰ ਦੇ ਉੱਤੇ ਖਰਚ ਕੀਤਾ ਜਾਂਦਾ ਹੈ। ਪ੍ਰੋਡਕਟਿਵ ਐਕਸਪੈਂਡੀਚਰ ਦੀ ਕਮੀ ਹੈ। ਨੈਕਸਟ ਹੈ ਮਾਲਥਸ ਦੀ ਜਿਹੜੀ ਥਿਊਰੀ ਹੈ, ਉਹਦੇ ਜਿਹੜੀ ਬੇਸਿਕਲੀ ਥਿਊਰੀ ਆਫ ਪੋਪੂਲੇਸ਼ਨ ਦੀ ਕੰਡੀਸ਼ਨ ਹੈ ਕਿ ਮਾਲਥਸ ਕਹਿੰਦਾ ਸੀਗਾ ਕਿ ਜਿਹੜੀ ਫੂਡ ਪ੍ਰੋਡਕਸ਼ਨ ਇਨਕਰੀਜ਼ ਹੁੰਦੀ ਹੈ ਉਹ ਅਰਥਮੈਟਿਕ ਟਰਮਸ ਦੇ ਵਿੱਚ ਹੁੰਦੀ ਹੈ, ਤੇ ਜਿਹੜੀ ਪੋਪੂਲੇਸ਼ਨ ਇਨਕਰੀਜ਼ ਹੁੰਦੀ ਹੈ ਉਹ ਜਿਓਮੈਟ੍ਰਿਕ ਟਰਮਸ ਦੇ ਵਿੱਚ ਹੁੰਦੀ ਹੈ। ਮਤਲਬ ਜਿਹੜੀ ਫੂਡ ਪ੍ਰੋਡਕਸ਼ਨ ਹੈ ਉਹ ਪਲੱਸ ਹੁੰਦੀ ਹੈ, ਬਟ ਜਿਹੜੀ ਪੋਪੂਲੇਸ਼ਨ ਹੈ ਉਹ ਮਲਟੀਪਲਾਈ ਹੁੰਦੀ ਹੈ। ਸੋ ਆਲਵੇਜ਼ ਮਲਟੀਪਲਾਈ ਦਾ ਇੰਪੈਕਟ ਹਮੇਸ਼ਾ ਜ਼ਿਆਦਾ ਹੁੰਦਾ ਕਿ ਪੋਪੂਲੇਸ਼ਨ ਜ਼ਿਆਦਾ ਇਨਕਰੀਜ਼ ਹੁੰਦੀ ਹੈ, ਉਸਦੀ ਜਿਸ ਅਕੋਰਡਿੰਗਲੀ ਪੋਪੂਲੇਸ਼ਨ ਗਰੋ ਕਰਦੀ ਹੈ ਉਸ ਅਕੋਰਡਿੰਗਲੀ ਜਿਹੜੀ ਹੈ ਫੂਡ ਪ੍ਰੋਡਕਸ਼ਨ ਗਰੋ ਨਹੀਂ ਕਰਦੀ। ਸੋ ਲਾਸਟ ਪੁਆਇੰਟ ਹੈ ਕਿ ਇਸ ਸਟੇਜ ਦੇ ਵਿੱਚ ਪ੍ਰੋਸੈਸ ਜਿਹੜੀ ਹੈ ਉਹ ਪਰ ਕੈਪੀਟਾ ਆਊਟਪੁੱਟ ਘੱਟ ਹੁੰਦੀ ਹੈ, ਤੇ ਇਹ ਇੱਕ ਲਿਮਿਟ ਹੈ ਡਿਵੈਲਪਮੈਂਟ ਨੂੰ, ਸੀਮਾ ਬੰਦ ਕਰ ਦਿੰਦੀ ਹੈ ਡਿਵੈਲਪਮੈਂਟ ਦੀ। ਨੈਕਸਟ ਸਟੇਜ ਹੈ ਪ੍ਰੀ ਕੰਡੀਸ਼ਨ ਆਫ ਟੇਕ ਆਫ। ਇਹ ਸਟੇਜ ਅਕੋਰਡਿੰਗ ਟੂ ਰੋਸਟੋਵ 100 ਸਾਲ ਦਾ ਲਗਭਗ ਇਹਦਾ ਟਾਈਮ ਹੈ ਕਿ ਕਿਸੇ ਵੀ ਇਕੋਨਮੀ ਨੂੰ ਇਸ ਸਟੇਜ ਦੇ ਵਿੱਚ ਪਹੁੰਚਣ ਦੇ ਲਈ 100 years ਦਾ ਅਪਰੋਕਸੀਮੇਟਲੀ ਟਾਈਮ ਲੱਗ ਜਾਂਦਾ, ਤੇ ਇਹ ਸਟੇਜ ਜਿਹੜੀ ਹੈ ਗਰੋਥ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਮਤਲਬ ਕਿ ਇਸ ਦੇ ਵਿੱਚ ਉਹ ਸਾਰੀਆਂ ਕੰਡੀਸ਼ਨਸ ਤਿਆਰ ਹੁੰਦੀਆਂ ਨੇ ਜਿਹੜੀਆਂ ਕਿ ਇਕੋਨਮੀ ਨੂੰ ਗਰੋਥ ਵੱਲ ਲੈ ਕੇ ਜਾਂਦੀਆਂ ਨੇ। ਇਹਦੇ ਵਿੱਚ ਐਗਰੀਕਲਚਰ ਦੇ ਉੱਤੇ ਥੋੜ੍ਹੀ ਡਿਪੈਂਡੈਂਸ ਘੱਟ ਜਾਂਦੀ ਹੈ, ਲੋਕਾਂ ਦੀ ਜਿਹੜੀ ਹੈ ਆਊਟਲੁੱਕ ਜਿਹੜੀ ਹੈ ਉਹ ਚੇਂਜ ਹੋਣ ਲੱਗ ਜਾਂਦੀ ਹੈ, ਜਿਹੜੇ ਨੇ ਉਹ ਲੋਕ ਨੈਸ਼ਨਲ ਤੇ ਇੰਟਰਨੈਸ਼ਨਲ ਇੰਪੋਰਟੈਂਸ ਵਾਲੇ ਮੁੱਦਿਆਂ ਨੂੰ ਡਿਸਕਸ ਕਰਨ ਲੱਗ ਜਾਂਦੇ ਨੇ ਰੈਦਰ ਦੈਨ ਟੂ ਡਿਸਕਸ ਦਾ ਲੋਕਲ ਇਸ਼ੂਜ਼। ਇਕਨੋਮਿਕ ਤੇ ਸੋਸ਼ਲ ਓਵਰਹੈਡ ਕਾਸਟ, ਜਿਹਦੇ ਵਿੱਚ ਰੋਡਸ ਬਣਾਉਣਾ, ਡੈਮਸ ਬਣਾਉਣਾ, ਬ੍ਰਿਜ ਬਣਾਉਣੇ, ਇਹਨਾਂ ਦੇ ਵੱਲ ਗਵਰਨਮੈਂਟ ਜਿਹੜਾ ਹੈ ਧਿਆਨ ਦੇਣਾ ਸ਼ੁਰੂ ਕਰ ਦਿੰਦੀ ਹੈ। ਲੋਕ ਇੰਨੇ ਅਵੇਅਰ ਹੋਣ ਲੱਗ ਜਾਂਦੇ ਆ ਕਿ ਬਰਥ ਰੇਟ ਘਟਣ ਲੱਗ ਜਾਂਦਾ ਹੈ। ਦੈਟ ਮੀਨਸ ਕਿ
ਲੋਕ ਛੋਟੇ ਪਰਿਵਾਰ ਵੱਲ ਜਿਹੜੇ ਹੈ ਪ੍ਰੈਫਰੈਂਸ ਦੇਣੀ ਸ਼ੁਰੂ ਕਰ ਦਿੰਦੇ ਆ। ਲੋਕਾਂ ਦੇ ਵਿਊ ਪੁਆਇੰਟਸ ਦੇ ਵਿੱਚ ਚੇਂਜ ਆਉਣ ਲੱਗ ਜਾਂਦੇ ਆ। ਨਾਓ ਦੇ ਆਰ ਰੈਡੀ ਟੂ ਟੇਕ ਥਿੰਕਿੰਗ ਫॉर द thinking for the various measures or to increase their income, ਜਿਹਦੇ ਨਾਲ ਪ੍ਰੋਡਕਸ਼ਨ ਇਨਕਰੀਜ਼ ਹੋਏ, optimum utilization of resources ਹੋਏ, ਪਰਸਨੈਲਿਟੀ ਤੇ ਪਰਸਨਲ ਸਕਿੱਲਸ ਜਿਹੜੇ ਨੇ ਉਹ ਜਿਹੜੇ ਨੇ ਇਨਕਰੀਜ਼ ਹੋਣ, ਡਿਵੈਲਪ ਹੋਣ, ਤੇ ਉਹਨਾਂ ਦੀ ਜਿਹੜੀ ਸੋਚ ਦੇ ਵਿੱਚ ਡੌਗਮੈਟਿਜ਼ਮ ਹੈ, ਜਿਹੜਾ ਰੂੜੀਵਾਦੀ ਹੈ, ਕੌਨਜ਼ਰਵੇਟਿਵਨੈਸ ਹੈ, ਉਹ ਕਿਸੇ ਤਰੀਕੇ ਨਾਲ ਚੇਂਜ ਹੋ ਕੇ ਉਹ ਮੋਡਰਨਾਈਜੇਸ਼ਨ ਦੇ ਵਿੱਚ ਤਬਦੀਲ ਹੋ ਜਾਏ। ਇਸ ਸਟੇਜ ਦੇ ਵਿੱਚ ਜਿਹੜੀ ਹੈ ਐਗਰੀਕਲਚਰ ਦੇ ਵਿੱਚ ਟੈਕਨੋਲੋਜੀਕਲ ਰੈਵੋਲਿਊਸ਼ਨ ਆਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਨਾਲ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜਾ ਹੈ ਉਹ ਇੱਕਦਮ ਇਨਕਰੀਜ਼ ਇਨ ਇਨਕਮ ਹੋਣੀ ਸ਼ੁਰੂ ਹੋ ਜਾਂਦੀ ਹੈ। ਥਰਡ ਸਟੇਜ ਹੈ ਦਾ ਟੇਕ ਆਫ ਸਟੇਜ। ਇਹ ਸਟੇਜ ਜਿਹੜੀ ਹੈ ਬਹੁਤ ਇੰਪੋਰਟੈਂਟ ਸਟੇਜ ਹੈ ਇਕਨੋਮਿਕ ਡਿਵੈਲਪਮੈਂਟ ਦੇ ਲਈ। ਇਸ ਸਟੇਜ ਦੇ ਵਿੱਚ ਕੰਟਰੀ ਸੈਲਫ ਸਫੀਸ਼ੀਐਂਟ ਹੋ ਜਾਂਦੀ ਹੈ। ਦੂਸਰੀ ਕੰਟਰੀਜ਼ ਦੇ ਉੱਤੇ ਟੇਕ ਆਫ ਸਟੇਜ ਦੇ ਵਿੱਚ ਕੰਟਰੀ ਦੀ ਡਿਪੈਂਡੈਂਸ ਖਤਮ ਹੋ ਜਾਂਦੀ ਹੈ। ਇਹਦੇ ਫੀਚਰਸ ਹੁੰਦੇ ਆ ਜਿਵੇਂ ਕਿ ਰੇਟ ਆਫ ਗਰੋਥ ਜਿਹੜਾ ਹੈ, ਰੇਟ ਆਫ ਇਨਵੈਸਟਮੈਂਟ ਗਰੋਥ ਉਹ 10% ਦੇ ਅਪਰੋਕਸੀਮੇਟਲੀ ਨੇੜੇ ਚਲਾ ਜਾਂਦਾ ਹੈ ਕਿ ਇਕੋਨਮੀ ਦੇ ਵਿੱਚ ਇਨਵੈਸਟਮੈਂਟ 10% ਤੋਂ ਮੋਰ ਦੈਨ 10% ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਕਿ ਨੈਸ਼ਨਲ ਇਨਕਮ ਨੂੰ ਇਨਕਰੀਜ਼ ਕਰਨ ਤੇ ਪਰ ਕੈਪੀਟਾ ਇਨਕਮ ਨੂੰ ਇਨਕਰੀਜ਼ ਕਰਨ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ। ਰੋਸਟਰ ਇਸ ਨੂੰ ਐਕਸਪਲੇਨ ਕਰਦੇ ਆ ਕਿ ਲੀਡਿੰਗ ਸੈਕਟਰਸ ਜਿਹੜੇ ਨੇ ਉਹ ਇਕੋਨਮੀ ਵਿੱਚ ਡਿਵੈਲਪ ਹੁੰਦੇ ਨੇ, ਜਿਨ੍ਹਾਂ ਨੂੰ ਉਹਨਾਂ ਨੇ 3 ਸੈਕਟਰਸ ਦੇ ਵਿੱਚ ਡਿਵਾਈਡ ਕੀਤਾ ਹੈ: ਪ੍ਰਾਇਮਰੀ ਗਰੋਥ ਸੈਕਟਰ, ਸਪਲੀਮੈਂਟਰੀ ਗਰੋਥ ਸੈਕਟਰ ਤੇ ਡਿਰਾਈਵਡ ਗਰੋਥ ਸੈਕਟਰ। ਸੋ ਇਸ ਦੇ ਵਿੱਚ ਕੀ ਹੁੰਦਾ ਹੈ, ਬੇਸਿਕਲੀ ਕੁਝ ਸੈਕਟਰ ਕੰਪਲੀਟਲੀ ਆਪਣੇ ਆਪ 'ਚ ਡਿਵੈਲਪ ਕਰਦੇ ਨੇ, ਕੁਝ ਦੀ ਡਿਵੈਲਪਮੈਂਟ ਦੇ ਨਾਲ ਹੋਰਾਂ ਦੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹੜੇ ਕਿ ਅੱਗੇ ਤੋਂ ਅੱਗੇ ਇੱਕ ਚੇਨ ਬਣਾਉਣੀ ਸ਼ੁਰੂ ਕਰ ਦਿੰਦੇ ਆ। ਜਿਵੇਂ ਕਿ ਇੱਕ ਇੰਡਸਟਰੀਜ਼ ਡਿਵੈਲਪ ਹੁੰਦੀਆਂ ਨੇ ਤਾਂ ਉਹ ਦੂਜੀਆਂ ਇੰਡਸਟਰੀਜ਼ ਉਹਨਾਂ ਤੇ ਡਿਪੈਂਡੈਂਟ ਹੁੰਦੀਆਂ ਨੇ, ਕਿਉਂਕਿ ਉਹ ਉਹਨਾਂ ਨੂੰ ਇਨਪੁਟ ਪ੍ਰੋਵਾਈਡ ਕਰ ਰਹੀਆਂ ਨੇ। ਸੋ ਇਵੇਂ ਇੱਕ ਗਰੋਥ ਦੀ ਜਿਹੜੀ ਹੈ ਪੰਪ ਪ੍ਰੀਮਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰੀਕੇ ਦੇ ਨਾਲ ਇਵੇਂ ਗਰੋਥ ਸੈਕਟਰਸ ਜਿਹੜੇ ਨੇ ਇੱਕ ਦੂਜੇ ਦੇ ਨਾਲ ਐਸੋਸੀਏਟਿਡ ਹੁੰਦੇ ਨੇ। ਸਭ ਤੋਂ ਇੰਪੋਰਟੈਂਟ ਪੁਆਇੰਟ ਜਿਹੜਾ ਹੈ ਇਸ ਸਟੇਜ ਦੇ ਵਿੱਚ ਸੋਸ਼ਲ ਤੇ ਪੋਲੀਟੀਕਲ ਫਰੇਮਵਰਕ ਜਿਹੜਾ ਹੈ ਇਕੋਨਮੀ ਦਾ, ਉਹ ਗਰੋਥ ਪ੍ਰੋਸੈਸ ਦੇ ਫੇਵਰ ਦੇ ਵਿੱਚ ਹੁੰਦਾ। ਦੈਟ ਮੀਨਸ ਕਿ ਇਹੋ ਜਿਹੀਆਂ ਪੋਲੀਟੀਕਲ ਕੰਡੀਸ਼ਨਸ ਹੁੰਦੀਆਂ ਨੇ ਜਿਹੜੀਆਂ ਕਿ ਗਰੋਥ ਨੂੰ ਸਪੋਰਟ ਕਰਦੀਆਂ ਨੇ। ਫੋਰਨ ਟ੍ਰੇਡ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ, ਡਿਮਾਂਡ ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਕੈਪੀਟਲ ਦੀ ਅਵੇਲੇਬਿਲਿਟੀ ਬਹੁਤ ਜ਼ਿਆਦਾ ਹੁੰਦੀ ਹੈ। ਈਵਨ ਕਿ ਆਪਾਂ ਕੈਪੀਟਲ ਨੂੰ ਰਿਸਰਚ ਦੀਆਂ ਟੈਕਨੀਕਸ ਨੂੰ, ਟੈਕਨੋਲੋਜੀ ਨੂੰ ਬਾਹਰੋਂ ਦੀ ਫੋਰਨ ਕੰਟਰੀਜ਼ ਤੋਂ ਵੀ ਹਾਇਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਨਵੈਸਟਮੈਂਟ ਦੀ ਇੱਕ ਰੀਚੈਨਲਾਈਜੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਰੀਇਨਵੈਸਟਮੈਂਟ ਆਫ ਪ੍ਰੋਫਿਟਸ, ਟੈਕਨੋਲੋਜੀਕਲ ਡਿਵੈਲਪਮੈਂਟ ਹੋ ਜਾਂਦੀ ਹੈ। ਤੇ ਇਸ ਸਟੇਜ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਜਿਹਦੇ ਬਿਨਾਂ ਗਰੋਥ ਕਰਨੀ ਨਾ ਮਾਤਰ ਹੈ, ਪੋਸੀਬਲ ਨਹੀਂ ਹੈ, that is the will and support of the government। ਸੋ ਗਵਰਨਮੈਂਟ ਪਾਲਿਸੀ ਇਸ ਸਟੇਜ ਦੇ ਵਿੱਚ ਪੂਰੀ ਦੀ ਪੂਰੀ ਫੇਵਰ ਕਰਦੀ ਹੈ ਗਰੋਥ ਦੇ ਲਈ। ਫੋਰਥ ਸਟੇਜ ਹੈ ਡਰਾਈਵ ਟੂ ਮੈਚੋਰਿਟੀ। ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਹੁਣ ਅਸੀਂ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਪਹੁੰਚ ਗਏ ਹਾਂ ਜਿੱਥੇ ਨਾ ਸਿਰਫ ਗਰੋਥ ਹੈ ਬਲਕਿ ਉਸ ਤੋਂ ਵੀ ਆਪਾਂ ਇੱਕ ਸਟੈਪ ਅੱਗੇ ਚਲੇ ਗਏ ਹਾਂ। ਦੈਟ ਇਜ਼ ਕਿ ਜਿਵੇਂ ਕਿ ਇੱਕ ਲਾਈਫ ਸਟਾਈਲ ਆਪਾਂ ਦੇਖਦੇ ਹਾਂ, ਇੱਕ ਬੰਦੇ ਦੀ ਐਗਜ਼ਾਮਪਲ ਅਗਰ ਅਸੀਂ ਲਈਏ ਕਿ ਇੱਕ ਬੰਦਾ ਅਮੀਰ ਹੈ ਤੇ ਪਰ ਇੱਕ ਐਕਸੈਪਸ਼ਨਲੀ ਰਿਚ ਹੈ, ਇਹ ਚੀਜ਼ ਉਹ ਸਟੇਜ ਹੈ ਡਰਾਈਵ ਟੂ ਮੈਚੋਰਿਟੀ ਕਿ ਇੱਕ ਇਕੋਨਮੀ ਜਿਹੜੀ ਹੈ ਉਸਦੇ ਵਿੱਚ ਜਿਹੜਾ ਹੈ GNP ਦਾ ਰਾਈਜ਼ ਜਿਹੜਾ ਹੈ, ਇਨਵੈਸਟਮੈਂਟ ਐਜ਼ ਅ ਪਰਸੈਂਟੇਜ ਆਫ GNP ਰਾਈਜ਼ ਅਲੋਂਗ ਵਿਦ ਦ ਰਾਈਜ਼ ਇਨ ਪੋਪੂਲੇਸ਼ਨ। ਜਿਵੇਂ ਜਿਵੇਂ ਪੋਪੂਲੇਸ਼ਨ ਇਨਕਰੀਜ਼ ਹੋ ਰਹੀ ਹੈ, ਇਨਵੈਸਟਮੈਂਟ ਦਾ ਸ਼ੇਅਰ ਵੀ ਜਿਹੜਾ ਹੈ ਕੰਟੀਨਿਊਸਲੀ ਉਹ ਇਨਕਰੀਜ਼ ਹੋਈ ਜਾਏਗਾ। ਇਸ ਦੇ ਵਿੱਚ GNP 10 to 20% ਤੋਂ ਜ਼ਿਆਦਾ ਇਨਕਰੀਜ਼ ਕਰ ਸਕਦੀ ਹੈ, ਅਪਰੋਕਸੀਮੇਟਲੀ 20% ਤੱਕ ਪਹੁੰਚ ਜਾਂਦੀ ਹੈ। ਇੰਪਲੋਇਮੈਂਟ ਜਿਹੜੀ ਹੈ ਉਹ ਬਹੁਤ ਵਧੀਆ ਕੰਡੀਸ਼ਨਸ ਦੇ ਵਿੱਚ ਹੈ। ਐਗਰੀਕਲਚਰ ਦੇ ਉੱਤੇ ਡਿਪੈਂਡੈਂਸ ਜਿਹੜੀ ਹੈ ਨਹੀਂ ਹੁੰਦੀ। ਮਾਡਰਨ ਟੈਕਨੋਲੋਜੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹਾਈ ਫਲੋ ਦੀ ਹੁੰਦੀ ਹੈ ਤੇ ਸਭ ਕੁਝ ਅੱਛਾ ਹੁੰਦਾ ਇਕੋਨਮੀ ਦੇ ਵਿੱਚ। ਨਿਊ ਪੋਲੀਟੀਕਲ ਐਜ਼ ਵੈਲ ਐਜ਼ ਸੋਸ਼ਲ ਸੈਟਅਪਸ ਆਰ ਐਸਟੈਬਲਿਸ਼ਡ ਇਨ ਦਾ ਕੰਟਰੀ। ਨਵੀਆਂ ਜਿਹੜੀਆਂ ਨੇ ਸੁਸਾਇਟੀ ਦੇ ਵਿੱਚ ਨੋਰਮਸ, ਕੰਡੀਸ਼ਨਸ ਜਿਹੜੀਆਂ ਕਿ ਮਾਡਰਨ ਨੇ ਉਹ ਔਰਗੇਨਾਈਜ਼ ਕੀਤੀਆਂ ਜਾਂਦੀਆਂ ਨੇ। ਸੁਸਾਇਟੀ ਬੜੀ ਸਿਵਲ ਸੁਸਾਇਟੀ ਹੁੰਦੀ ਹੈ ਤੇ ਸੁਸਾਇਟੀ ਦੇ ਵਿੱਚ ਇੰਡਸਟਰੀਜ਼ ਦੇ ਵੱਲੋਂ ਜਿਹੜੀਆਂ ਟੈਕਨੋਲੋਜੀ ਤੇ ਰਿਸਰਚ ਕੀਤੀ ਜਾਂਦੀ ਹੈ, ਦੈਟ ਇਜ਼ ਰੀਅਲੀ ਵੈਰੀ ਨਾਰਮਲ ਥਿੰਗ ਰਾਈਟ ਨਾਓ। ਕਿ ਹਾਂ ਵੀ ਜੇਕਰ ਜਿਵੇਂ ਕਿ ਅਗਰ ਅਸੀਂ ਇੱਕ ਐਗਜ਼ਾਮਪਲ ਨੂੰ ਲਈਏ ਕਿ ਚੰਨ ਤੇ ਜਾਣਾ, ਮੰਗਲ ਤੇ ਜਾਣਾ ਇਜ਼ ਅ ਵੈਰੀ ਨਾਰਮਲ ਥਿੰਗ। ਇਹੋ ਜਿਹੀ ਸਟੇਜ ਹੈ। ਲਾਸਟ ਸਟੇਜ ਹੈ ਦ ਫਿਫਥ ਸਟੇਜ, ਹਾਈ ਮਾਸ ਕੰਜ਼ੰਪਸ਼ਨ ਸਟੇਜ, ਦ ਸਟੇਜ ਆਫ ਇਕਨੋਮਿਕ ਐਫਲੂਐਂਸ। ਇਸ ਸਟੇਜ ਦੇ ਵਿੱਚ ਜਿਹੜੀ ਹੈ ਪ੍ਰੋਡਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ। ਇਹ
ਮੋਸਟ ਇੰਪੋਰਟੈਂਟ ਸਟੇਜ ਹੈ ਇਕਨੋਮਿਕ ਗਰੋਥ ਦੀ। ਇੰਡੀਵਿਜੂਅਲਸ ਦੀ ਇਨਕਮ ਬਹੁਤ ਹਾਈ ਹੁੰਦੀ ਹੈ, ਹਰ ਤਰ੍ਹਾਂ ਦੇ ਕੰਫਰਟਸ ਲਗਜ਼ਰੀਜ਼ ਬੰਦਿਆਂ ਨੂੰ ਮਿਲਦੀਆਂ ਨੇ, ਸੁਸਾਇਟੀ ਇੱਕ ਹਾਈ ਲੈਵਲ ਹਾਈ ਸਟੇਟਸ ਦੇ ਵਿੱਚ ਰਹਿ ਰਹੀ ਹੈ, ਸੋਸ਼ਲ ਵੈਲਫੇਅਰ ਜਿਹੜਾ ਹੈ ਉਹ ਨਾਰਮਲ ਪਾਰਟ ਹੈ ਲੋਕਾਂ ਦੀ ਲਾਈਫ ਦਾ। ਇਸ ਸਟੇਜ ਦੇ ਵਿੱਚ ਜ਼ਿਆਦਾਤਰ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਵੀ ਹੋਰ ਖਤਰੇ ਨਾਲੋਂ ਜਿਹੜਾ ਹੈ ਇਸ ਚੀਜ਼ ਦਾ ਖਤਰਾ ਹੁੰਦਾ ਕਿ ਦੂਜੀ ਕੋਈ ਕੰਟਰੀ ਜਿਹੜੀ ਹੈ ਸਾਨੂੰ ਕੈਪਚਰ ਕਰਨ ਦੀ ਕੋਸ਼ਿਸ਼ ਨਾ ਕਰੇ। ਇਸ ਦੇ ਲਈ ਕੰਟਰੀ ਜਿਹੜੀ ਹੈ ਜ਼ਿਆਦਾ ਤੋਂ ਜ਼ਿਆਦਾ ਮਿਲਟਰੀ ਪਾਵਰ ਆਪਣੀ ਸਟਰੋਂਗ ਕਰਨ ਦੇ ਉੱਤੇ ਜ਼ੋਰ ਦਿੰਦੀ ਹੈ, ਤਾਂ ਕਿ ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਕੋਈ ਅਮੀਰ ਬੰਦਾ ਹੈ ਉਹ ਆਪਣੇ ਪੈਸੇ ਨੂੰ ਸ਼ੋਅ ਕਰਦਾ, ਇਹ ਸੇਮ ਉਹੀ ਚੀਜ਼ ਹੈ ਕਿ ਸਟੇਟਸ ਆਫ ਬਿਗ ਪਾਵਰਸ ਆਪਾਂ ਕਿਸੇ ਨੂੰ ਸ਼ੋਅ ਕਰਨਾ ਹੈ, ਉਹ ਚੀਜ਼ ਜਿਹੜੀ ਹੈ ਸ਼ੋਅ ਕੀਤੀ ਜਾਂਦੀ ਹੈ। ਗਵਰਨਮੈਂਟ ਦਾ ਰੋਲ ਇਸ ਟਾਈਮ ਦੇ ਉੱਤੇ ਮੋਰ ਦੈਨ ਡਿਵੈਲਪਮੈਂਟ ਇਕੁਅਲ ਡਿਸਟਰੀਬਿਊਸ਼ਨ ਆਫ ਵੈਲਥ ਹੋ ਜਾਂਦਾ ਹੈ ਕਿ ਲੋਕਾਂ ਦੇ ਵਿੱਚ ਇਨਇਕੁਐਲਿਟੀਜ਼ ਨੂੰ ਦੂਰ ਕੀਤਾ ਜਾਏ, ਸੋਸ਼ਲ ਸਿਕਿਉਰਿਟੀਜ਼ ਪ੍ਰੋਵਾਈਡ ਕੀਤੀਆਂ ਜਾਣ। ਜਿਵੇਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਜਿਹੜੇ ਦੂਜੇ ਦੇਸ਼ ਨੇ, ਫੋਰਨ ਕੰਟਰੀਜ਼ ਨੇ ਜਿਹੜੀਆਂ ਬਹੁਤ ਰਿਚ ਨੇ, ਉਹਨਾਂ ਦੇ ਵਿੱਚ ਜਿਹੜੇ ਨੇ ਲੋਕ ਗਵਰਨਮੈਂਟ ਸਕੀਮਸ ਦਿੰਦੀ ਹੈ ਬਹੁਤ ਜ਼ਿਆਦਾ। ਜਿਵੇਂ ਕੋਵਿਡ ਦੇ ਵਿੱਚ ਉਹਨਾਂ ਨੇ ਕਿੰਨੀਆਂ ਜ਼ਬਰਦਸਤ ਸਕੀਮਸ ਆਪਣੇ ਸਿਟੀਜ਼ਨਸ ਦੇ ਲਈ ਸ਼ੁਰੂ ਕੀਤੀਆਂ ਨੇ ਕਿ ਘਰ ਬੈਠੇ ਤੁਹਾਨੂੰ ਇੰਨੇ ਡਾਲਰਸ ਮਿਲਣਗੇ ਹੀ ਮਿਲਣਗੇ। ਸੋ ਇਸ ਤਰੀਕੇ ਦੇ ਨਾਲ ਗਵਰਨਮੈਂਟ ਕਿਸੇ ਨਾ ਕਿਸੇ ਤਰੀਕੇ ਨਾਲ ਲਾਈਫ ਨੂੰ ਕੰਫਰਟੇਬਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਤੇ ਜਿਵੇਂ ਕਿ ਇਸਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਸਟੇਜ ਹੈ ਹਾਈ ਮਾਸ ਕੰਜ਼ੰਪਸ਼ਨ, ਤਾਂ ਇਸ ਦੇ ਵਿੱਚ ਕੰਜ਼ੰਪਸ਼ਨ ਲੈਵਲ ਬਹੁਤ ਜ਼ਿਆਦਾ ਹੁੰਦੇ ਨੇ ਲੋਕਾਂ ਦੀ। ਕੰਜ਼ੰਪਸ਼ਨ ਲੈਵਲ ਬਿਕੋਜ਼ ਆਫ ਅ ਹਾਈ ਇਨਕਮ ਲੈਵਲ, ਫੂਡ, ਕਲੋਥਿੰਗ, ਸ਼ੈਲਟਰ, ਥੀਜ਼ ਆਰ ਅਨਲਿਮਿਟਿਡ ਇਨ ਦਿਸ ਸਟੇਜ। ਹਰ ਤਰ੍ਹਾਂ ਦੀ ਲਗਜ਼ਰੀਜ਼ ਜਿਹੜੀ ਹੈ ਲੋਕ ਇੰਜੋਏ ਕਰਦੇ ਨੇ।